हाँ जी राजे, BA पार्ट 2 मैथमैटिक्स ਅਤੇ BSc ਸੈਕੰਡ ਨੌਨ ਮੈਡੀਕਲ ਦੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ ਮਕੈਨਿਕਸ ਦੀ ਸੈਕੰਡ ਕਲਾਸ ਦੇ ਵਿੱਚ। ਆਪਾਂ ਨੇ ਫਸਟ ਕਲਾਸ ਦੇ ਵਿੱਚ ਇਹਦੇ ਡੈਫੀਨੇਸ਼ਨ ਵਰਕ ਕੀਤਾ ਸੀਗਾ। ਇਕੁਇਲਿਬਰੀਅਮ ਤੇ ਸਟਾਪ ਕੀਤਾ ਸੀ। ਇਕੁਇਲਿਬਰੀਅਮ ਆਫ ਟੂ ਫੋਰਸਸ, ਮੰਨ ਲਓ ਕਿ ਕੋਈ ਦੋ ਫੋਰਸਸ ਕਿਸੇ ਪਾਰਟੀਕਲ ਦੇ ਉੱਪਰ ਲੱਗ ਰਹੀਆਂ ਨੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਦੋਨੋਂ ਫੋਰਸਸ ਬਰਾਬਰ ਨੇ, ਤਾਂ ਫਿਰ ਕੀ ਹੋਏਗਾ, ਪਾਰਟੀਕਲ ਆ ਜਿਹੜਾ ਇਕੁਇਲਿਬਰੀਅਮ ਦੀ ਕੰਡੀਸ਼ਨ ਦੇ ਵਿੱਚ ਹੋ ਜਾਏਗਾ। ਕੋਈ ਇੱਕ ਦੂਸਰੇ ਪਾਸੇ ਨੂੰ ਖਿੱਚ ਰਿਹਾ, ਇੱਧਰ ਨੂੰ ਖਿੱਚ ਰਿਹਾ, ਦੋਨੇ ਪਾਸੇ ਤਾਕਤ ਬਰਾਬਰ ਹੈ, ਤਾਂ ਉਹ ਇਕੁਇਲਿਬਰੀਅਮ ਦੀ ਕੰਡੀਸ਼ਨ ਦੇ ਵਿੱਚ ਰਹੇਗਾ। ਫੋਰਸਸ ਜੇ ਵੱਧ ਘੱਟ ਨੇ, ਮੰਨ ਲਓ ਰਾਈਟ ਸਾਈਡ ਵਾਲੀ ਫੋਰਸ ਵੱਧ ਹੈ ਤਾਂ ਪਾਰਟੀਕਲ ਰਾਈਟ ਵੱਲ ਨੂੰ ਖਿੱਚਦਾ ਚੱਲਦਾ ਜਾਏਗਾ, ਤੇ ਲੈਫਟ ਵਾਲੀ ਜਿਹੜੀ ਫੋਰਸ ਆ ਉਹਦੀ ਪੋਜੀਸ਼ਨ ਦੇ ਵਿੱਚ, ਉਹਦੇ ਲਾਈਨ ਆਫ ਐਕਸ਼ਨ ਦੇ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ। ਇਨਡਾਇਰੈਕਟਲੀ ਉਹ ਨੈਗੇਟਿਵ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਹੈ। ਜੇ ਦੋਨੋਂ ਪਾਰਟੀਕਲ ਮਿਲ ਕੇ ਇੱਕ ਪਾਸੇ ਨੂੰ ਖਿੱਚਦੇ ਨੇ ਤਾਂ ਪਾਰਟੀਕਲ ਆਬਵੀਅਸਲੀ ਲਾਈਨ ਆਫ ਐਕਸ਼ਨ ਦੇ ਅਗੇਂਸਟ ਦਿਸ਼ਾ ਦੇ ਵਿੱਚ ਜਾਣਾ ਸਟਾਰਟ ਕਰ ਦੇਗਾ। Classification of forces, action and reaction. ਕਹਿੰਦਾ whenever two bodies are in contact with each other, each exerts a force on another. ਹਰੇਕ ਫੋਰਸ ਦੂਜੀ ਦੇ ਉੱਪਰ exerts force ਬਣ ਜਾਂਦੀ ਹੈ। If the force exerted by one of these bodies on the other is called action. ਕਿ ਇੱਕ ਫੋਰਸ ਜਿਹੜੀ ਉਹਦੇ ਉੱਪਰ ਲਗਾਈ ਜਾ ਰਹੀ ਹੈ, ਜਿਹੜੀ ਉਹਨੂੰ ਕੰਮ ਕਰਨ ਦੇ ਵਿੱਚ ਹੈਲਪ ਕਰ ਰਹੀ ਹੈ, ਮੂਵ ਕਰਨ ਦੇ ਵਿੱਚ ਹੈਲਪ ਕਰ ਰਹੀ ਹੈ, ਉਹ ਫੋਰਸ ਨੂੰ ਆਪਾਂ ਐਕਸ਼ਨ ਕਹਾਂਗੇ। ਦੈਨ ਦਾ ਫੋਰਸ ਐਗਜ਼ਰਟਡ ਬਾਈ ਦਾ ਸੈਕੰਡ ਬੋਡੀ ਔਨ ਦਾ ਫਸਟ ਇਜ਼ ਕਾਲਡ ਰਿਐਕਸ਼ਨ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਰਾਈਟ ਵਾਲੀ ਫੋਰਸ ਜ਼ਿਆਦਾ, ਉਹ ਰਾਈਟ ਵੱਲ ਨੂੰ ਪਾਰਟੀਕਲ ਜਾਣਾ ਸਟਾਰਟ ਕਰ ਰਿਹਾ, ਤਾਂ ਜਿਹੜੀ ਫੋਰਸ ਰਾਈਟ ਵੱਲ ਨੂੰ ਪਾਰਟੀਕਲ ਨੂੰ ਮੂਵ ਕਰਕੇ ਲੈ ਕੇ ਜਾ ਰਹੀ ਆ ਉਹ ਹੋ ਗਿਆ ਐਕਸ਼ਨ, ਅਤੇ ਜਿਹੜੀ ਫੋਰਸ ਉਹਦੇ ਆਪੋਜ਼ਿਟ ਰਿਐਕਸ਼ਨ ਦੇ ਵਿੱਚ, ਆਪੋਜ਼ਿਟ ਦਿਸ਼ਾ ਦੇ ਵਿੱਚ ਉਹਨੂੰ ਖਿੱਚ ਰਹੀ ਹੈ, ਉਹਦੇ ਲਈ ਰੁਕਾਵਟ ਪੈਦਾ ਕਰ ਰਹੀ ਆ, ਉਹ ਬਣ ਜਾਏਗਾ ਰਿਐਕਸ਼ਨ। ਇਹ ਨਿਊਟਨ ਦਾ ਲਾ ਵੀ ਆਪਾਂ ਅੱਗੇ ਚੱਲ ਕੇ ਪੜਾਂਗੇ। ਐਵਰੀ ਫੋਰਸ ਹੈਜ਼ ਐਨ ਇਕੁਅਲ ਐਂਡ ਆਪੋਜ਼ਿਟ ਡਾਇਰੈਕਸ਼ਨ। ਕਿ ਜੇ ਇਹ ਡਸਟਰ ਮੇਰੇ ਹੈਂਡ ਦੇ ਉੱਪਰ ਟਿਕਿਆ ਪਿਆ ਤਾਂ ਇਹਦਾ ਮਤਲਬ ਇਹ ਡਸਟਰ ਮੇਰੇ ਹੈਂਡ ਦੇ ਉੱਪਰ ਵਜਨ ਪਾ ਰਿਹਾ, ਪ੍ਰੈਸ਼ਰ ਪਾ ਰਿਹਾ ਨੀਚੇ ਨੂੰ, ਤਾਂ ਮੇਰਾ ਹੈਂਡ ਓਨੀ ਫੋਰਸ ਨਾਲ ਇਹਨੂੰ ਉੱਪਰ ਵੱਲੋਂ ਖਿੱਚ ਕੇ ਰੱਖ ਰਿਹਾ। ਜੇ ਮੈਂ ਇਹਨੂੰ ਟਿਕਾ ਕੇ ਨਾ ਰੱਖਾਂ ਤਾਂ ਪਾਰਟੀਕਲ ਆਪਣੇ ਆਪ ਨੀਚੇ ਗਿਰ ਜਾਏਗਾ। ਠੀਕ ਹੈ, ਐਵਰੀ ਫੋਰਸ ਹੈਜ਼ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ, ਨਿਊਟਨ ਦਾ ਥਰਡ ਲਾ ਆ ਇਹ। The direction of the two forces depends upon the nature of surface in contact. ਕਿ ਜਿਹੜਾ ਵੀ ਡਾਇਰੈਕਸ਼ਨ ਹੈ ਪਾਰਟੀਕਲ ਦੀ, ਉਹ ਕਿਸ ਦਿਸ਼ਾ ਦੇ ਵਿੱਚ ਜਾਏਗੀ, ਉਹ ਡਿਪੈਂਡ ਕਰ ਰਿਹਾ upon the nature of surface on the in contact, ਕਿ ਉਹ ਕਿਸ ਤਰ੍ਹਾਂ ਦੇ ਸਰਫੇਸ ਦੇ ਵਿੱਚ ਕੰਟੈਕਟ ਦੇ ਵਿੱਚ ਨੇ। ਜੇ ਤਾਂ ਸਰਫੇਸ ਸਮੂਥ ਹੈ ਫਿਰ ਤਾਂ ਪਾਰਟੀਕਲ ਆਰਾਮ ਨਾਲ ਮੂਵ ਕਰਦਾ ਚਲਾ ਜਾਏਗਾ। ਜਿਵੇਂ ਆਪਾਂ ਸੜਕ ਤੇ ਜਾ ਰਹੇ ਹਾਂ, ਆਰਾਮ ਨਾਲ ਆਪਣੀ ਬਾਈਕ, ਕਾਰ, ਐਕਟਿਵਾ ਵਗੈਰਾ ਜਾ ਰਹੀ ਹੈ। ਜੇ ਵੱਟੇ ਵਗੈਰਾ ਪਾਏ ਹੋਣ, ਉੱਬੜ ਖੱਬੜ ਰਸਤਾ ਹੋਵੇ, ਤਾਂ ਉਹ ਸਰਫੇਸ ਦੇ ਉੱਪਰ ਡਿਪੈਂਡ ਕਰਦਾ ਕਿ ਕਿੱਦਾਂ ਦਾ, ਕਿਸ ਡਾਇਰੈਕਸ਼ਨ 'ਚ ਨੂੰ ਪਾਰਟੀਕਲ ਜਾਏਗਾ। ਕਹਿੰਦਾ of the two bodies in contact, if one of them has an end point in contact and the surface of the other extends on the both sides of the contact, the normal direction is perpendicular to the surface extends on the both bodies, both sides। ਜਿਵੇਂ ਮੈਂ ਗੱਲ ਕੀਤੀ ਸੀ ਕਿ ਇਸ ਹੁੱਕ ਦੀ ਲਗਾ ਲਓ, ਠੀਕ ਹੈ, ਇਸ ਰਜਿਸਟਰ ਦੀ ਲਗਾ ਲਓ, ਮੇਰਾ ਹੈਂਡ ਉਨੀ ਫੋਰਸ ਨਾਲ ਇਹਨੂੰ ਨਾਰਮਲ ਡਾਇਰੈਕਸ਼ਨ ਦੇ ਵਿੱਚ, ਆਪੋਜ਼ਿਟ ਦਿਸ਼ਾ ਦੇ ਵਿੱਚ ਨੂੰ ਧਕੇਲ ਰਿਹਾ। ਇਹ ਨਹੀਂ ਹੈਗਾ ਕਿ ਰਜਿਸਟਰ ਹੇਠਾਂ ਜਾ ਰਿਹਾ, ਮੇਰਾ ਹੈਂਡ ਇਹਨੂੰ ਰਾਈਟ ਸਾਈਡ ਵੱਲੋਂ ਧਕੇਲੇਗਾ, ਐਦਾਂ ਨਹੀਂ। ਪਰਪੈਂਡੀਕੂਲਰ ਦੀ ਦਿਸ਼ਾ ਦੇ ਵਿੱਚ ਨਾਰਮਲ ਡਾਇਰੈਕਸ਼ਨ ਹੁੰਦਾ ਆ। ਜੇ ਇਹ ਮੋਬਾਈਲ ਸਟੈਂਡ ਇੱਥੇ ਟਿਕਾਇਆ ਪਿਆ, ਠੀਕ ਹੈ, ਇਹ ਹੇਠਾਂ ਵੱਲੋਂ ਪਰਪੈਂਡੀਕੂਲਰ ਵਰਟੀਕਲੀ ਡਾਊਨਵਰਡ ਵਜਨ ਪਾ ਰਿਹਾ, ਤੇ ਬੈਂਚ ਇਹਨੂੰ ਵਰਟੀਕਲੀ ਅਪਵਰਡ ਬਿਲਕੁਲ 90 ਦੀ ਡਾਇਰੈਕਸ਼ਨ ਦੇ ਵਿੱਚ ਉੱਪਰ ਵੱਲ ਨੂੰ ਧਕੇਲ ਰਿਹਾ। Tension or thrust, when a string is used to support a weight or drag a body, there is a force communicated to the body through the string. Such a force is called by the string is called tension। कि जिवें मान लो कि कोई स्ट्रिंग है, स्ट्रिंग का समझो ना, इलास्टिक का धागा वगैरह होंगे, इलास्टिक की स्ट्रिप वगैरह, जो अपने इलास्टिक वगैरह
ਪਾਇਆ ਹੁੰਦਾ, ਉਦੋਂ ਕੀ ਹੈ ਜੇ ਆਪਾਂ ਉਹਨੂੰ ਉਹਦੇ ਨਾਲ ਕੋਈ weight ਬੰਨ ਕੇ ਲਟਕਾ ਦਈਏ ਤਾਂ ਪਹਿਲੀ ਗੱਲ ਤਾਂ ਉਹਦੀ ਲੈਂਥ ਵੱਧ ਜਾਏਗੀ। ਜੇ ਆਪਾਂ ਰੱਸੀ ਵਗੈਰਾ ਨਾਲ ਬੰਨ ਕੇ ਲਟਕਾਵਾਂਗੇ ਤਾਂ ਵੀ ਟੈਨਸ਼ਨ ਹੋਏਗੀ, ਬਟ ਉਹਦੀ ਰੱਸੀ ਦੀ ਲੰਬਾਈ ਨਹੀਂ ਵਧੇਗੀ। ਜੇ ਆਪਾਂ ਸਟ੍ਰਿੰਗ ਯੂਜ਼ ਕਰ ਰਹੇ ਹਾਂ ਤਾਂ ਉਹਦੀ ਐਕਸਟੈਂਸ਼ਨ ਹੋਏਗੀ, ਉਹਦੀ ਲੈਂਥ ਵੱਧ ਜਾਏਗੀ। ਇਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੜਾਂਗੇ। ਹੁਕਸ ਲਾ ਜਿਹੜਾ ਆ, ਪਹਿਲਾਂ ਤਾਂ ਆਪਾਂ ਗੱਲ ਕਰੀਏ ਕਿ ਕੋਈ ਸਟ੍ਰਿੰਗ ਨਾਲ ਆਪਾਂ ਨੇ ਕੋਈ weight ਜਾਂ ਬੋਡੀ ਨੂੰ ਸਪੋਰਟ ਕਰ ਦਿੱਤਾ ਜਾਂ ਲਟਕਾਤਾ, ਤਾਂ ਉਹ weight ਕੀ ਆ, ਹੇਠਾਂ ਨੂੰ ਗਿਰ ਰਿਹਾ, ਵਰਟੀਕਲੀ ਡਾਊਨਵਰਡ ਗਿਰ ਰਿਹਾ। ਤਾਂ ਰੱਸੀ ਜਾਂ ਸਟ੍ਰਿੰਗ ਜਿਹੜਾ ਆ, ਇਲਾਸਟਿਕ ਜਿਹੜਾ ਹੈ, ਉਹਨੂੰ ਉੱਪਰ ਵੱਲੋਂ ਖਿੱਚ ਕੇ ਰੱਖਦਾ, ਚੱਕ ਕੇ ਰੱਖਦਾ। ਇਹਦਾ ਮਤਲਬ ਉਹਦੇ ਵਿੱਚ ਟੈਨਸ਼ਨ ਨਾਮ ਦੀ ਫੋਰਸ ਹੈ, ਇੱਕ ਅਜਿਹੀ ਫੋਰਸ ਆ ਜਿਹੜੀ ਉਹਨੂੰ ਪਿੱਛੇ ਵੱਲੋਂ ਖਿੱਚਦੀ ਹੈ। ਜੇ ਤੁਸੀਂ ਆਪਣੇ ਰਬੜ ਬੈਂਡ ਆ, ਹੇਅਰ ਬੈਂਡ, ਉਹਨੂੰ ਦੋਨੇ ਹੱਥਾਂ ਨਾਲ ਪਕੜ ਕੇ ਖਿੱਚੋਗੇ, ਇੱਕ ਪੁਆਇੰਟ ਨੂੰ ਫਿਕਸ ਕਰ ਲਓ, ਦੂਸਰੇ ਨੂੰ ਰਿਲੀਜ਼ ਕਰ ਦਿਓ, ਤਾਂ ਉਹ ਵਾਪਸ ਤੁਹਾਡੇ ਦੂਜੇ ਹੈਂਡ ਤੇ ਜਾ ਕੇ ਸੱਟ ਮਾਰੇਗਾ। ਕਿਉਂ? ਕਿਉਂਕਿ ਉਹਦੇ ਵਿੱਚ ਟੈਨਸ਼ਨ ਹੈ। ਜਿੰਨੀ ਜ਼ਿਆਦਾ ਖਿੱਚੋਗੇ ਉਨੀ ਜ਼ੋਰ ਦੀ ਆ ਕੇ ਇੱਧਰ ਟਕਰਾਏਗਾ। ਉਹ ਟੈਨਸ਼ਨ ਹੀ ਹੈ ਜਿਹੜੀ ਉਹਨੂੰ ਓਰੀਜਨਲ ਅਵਸਥਾ ਵੱਲੋਂ ਵਾਪਸ ਲੈ ਕੇ ਜਾਂਦੀ ਹੈ। ਠੀਕ ਹੈ, ਇਹ ਥੋੜੀਆਂ ਜਿਹੀਆਂ ਵਿੱਚੋਂ ਫੋਰਸ ਪੜ੍ਹਨ ਵਾਲੀਆਂ ਨੇ ਤੁਹਾਡੀਆਂ। ਅਟਰੈਕਸ਼ਨ ਐਂਡ ਰਿਪਲਸ਼ਨ ਵਿੱਚੋਂ ਪੜ੍ਹ ਲਿਓ। ਠੀਕ ਹੈ, ਆਰਾਮ ਨਾਲ ਪੜ੍ਹਦੀ ਸਰ ਸਮਝ ਆ ਜਾਏਗਾ। ਅਟਰੈਕਸ਼ਨ ਐਂਡ ਰਿਪਲਸ਼ਨ, ਅਟਰੈਕਸ਼ਨ ਔਰ ਰਿਪਲਸ਼ਨ is the force exerted by one body on another without any visible medium of transmission। ਕਿ attraction ਹੈ ਜਾਂ repulsion ਹੈ, ਇਹ ਕਿਸੇ ਇੱਕ ਬੋਡੀ ਦਾ ਦੂਜੇ ਬੋਡੀ ਦੇ ਉੱਪਰ ਲਗਾਇਆ ਜਾਂਦਾ without any visible medium of transmission, ਕਿ ਤੁਹਾਨੂੰ ਦਿਖਾਈ ਨਹੀਂ ਦਿੰਦਾ ਇਹ ਕੰਮ ਹੁੰਦਾ, ਪਰ ਇਹ ਬੈਕਗ੍ਰਾਉਂਡ ਦੇ ਵਿੱਚ ਇਹ ਐਕਸ਼ਨ ਜਾਂ ਰਿਪਲਸ਼ਨ ਦਾ ਕੰਮ ਚੱਲ ਰਿਹਾ ਹੈ। ਕੋਈ ਬਾਲ ਹੈ, ਤੁਸੀਂ ਜ਼ੋਰ ਦੀ ਦੀਵਾਰ ਦੇ ਵਿੱਚ ਮਾਰੋ, ਉਹ ਦੀਵਾਰ ਨਾਲ ਟਕਰਾ ਕੇ ਵਾਪਸ ਆਏਗੀ, ਉਹ ਰਿਪਲਸ਼ਨ ਹੋ ਗਿਆ। ਉਹ ਦੀਵਾਰ ਨਾਲ ਜਦੋਂ ਜਾ ਕੇ ਟਕਰਾਈ ਜਾਂ ਹੇਠਾਂ ਸਿੱਟੀ ਤੁਸੀਂ, ਤਾਂ ਬਾਉਂਸ ਕਰਕੇ ਉੱਪਰ ਆ ਗਈ, ਤਾਂ ਇਹ ਫੋਰਸ ਆਪਾਂ ਨੂੰ ਦਿਖਾਈ ਨਹੀਂ ਦਿੰਦੀ ਕਿ ਕਿਹਨੇ ਉਹਨੂੰ ਕਿੱਕ ਕੀਤਾ, ਕਿਹਨੇ ਉਹਨੂੰ ਵਾਪਸ ਭੇਜਿਆ। ਉਹ ਰਿਪਲਸ਼ਨ ਹੀ ਆ, ਰਿਪਲਸ਼ਨ ਜਿਹੜਾ ਉਹਨੂੰ ਆਪੋਜ਼ਿਟ ਦਿਸ਼ਾ ਦੇ ਵਿੱਚ ਭੇਜ ਰਿਹਾ। ਇੱਕ ਬੋਡੀ ਦਾ ਦੂਜੀ ਬੋਡੀ ਦੇ ਉੱਪਰ ਅਟਰੈਕਟ ਹੋਣਾ ਜਾਂ ਰਿਪਲਸ਼ਨ ਹੋਣਾ। ਹੁਕਸ ਲਾ ਆ ਗਿਆ ਆਪਣੇ ਕੋਲੇ। ਹੁਕਸ ਲਾ ਦੇ ਵਿੱਚ ਤਿੰਨ ਚੀਜ਼ਾਂ ਬੇਸਿਕਲੀ ਡਿਪੈਂਡ ਕਰਦੀਆਂ ਨੇ ਕਿ ਟੈਨਸ਼ਨ ਕਿਵੇਂ ਹੁੰਦੀ ਹੈ। ਲੈਮਡਾ ਮੋਡੂਲਸ ਆਫ ਇਲਾਸਟਿਸਿਟੀ ਆ, E ਐਕਸਟੈਂਸ਼ਨ ਹੈ, L ਉਹਦੀ ਓਰੀਜਨਲ ਲੈਂਥ ਹੈ। ਕਿ ਜਿਵੇਂ ਮੈਂ ਹੁਣੀ ਗੱਲ ਕੀਤੀ ਸੀਗੀ ਕਿ ਕੋਈ ਰੱਸੀ ਦੀ ਬਜਾਏ ਤੁਸੀਂ ਇਲਾਸਟਿਕ ਲੈ ਲਿਆ, ਇਲਾਸਟਿਕ ਦੇ ਨਾਲ weight ਬਣਤਾ। ਠੀਕ ਹੈ, ਆ ਸਟ੍ਰਿੰਗ ਹੈ ਜਿਹੜਾ ਓਰੀਜਨਲ ਹੈ, ਇਹਦੇ ਤੇ ਆਪਾਂ ਕੋਈ weight ਨਹੀਂ ਲਟਕਾਇਆ, ਤੇ ਹੁਣ ਇਹਦੇ ਵਿੱਚ ਆ ਜਿਹੜੇ ਹੋਗੀ, ਇਹ ਹੋਗੀ E ਐਕਸਟੈਂਸ਼ਨ। ਜਿੰਨੀ ਉਹਦੀ ਲੰਬਾਈ ਵੱਧ ਗਈ, ਆ ਆਪਾਂ ਨੇ ਮਾਸ M ਦਾ ਕੋਈ weight ਲਟਕਾਤਾ ਉਹਦੇ ਤੇ, ਕਿ ਕੋਈ weight ਲਟਕਾਤਾ, ਉਹਦੀ ਲੰਬਾਈ ਪਹਿਲਾਂ ਇੰਨਾ ਕੁ ਸੀਗਾ, ਜਦੋਂ weight ਲਟਕਾਇਆ ਉਹ ਖਿੱਚਿਆ ਗਿਆ, ਵੱਧ ਗਿਆ ਪਹਿਲਾਂ ਨਾਲੋਂ, ਤਾਂ ਉਹਦੇ ਵਿੱਚ ਇੱਕ ਟੈਨਸ਼ਨ ਨਾਮ ਦੀ ਫੋਰਸ ਆ ਜਿਹਨੂੰ ਆਪੋਜ਼ਿਟ ਦਿਸ਼ਾ ਦੇ ਵਿੱਚ ਖਿੱਚਦੀ ਆ। ਮਾਸ ਇਨਟੂ ਗ੍ਰੈਵਿਟੀ ਦਾ ਜਿਹੜਾ weight ਆ ਉਹ ਹੇਠਾਂ ਨੂੰ ਆ ਰਿਹਾ। ਆ ਕੀ ਹੋ ਗਿਆ? weight। ਇਹ ਕੀ ਸੀਗਾ? M ਮਾਸ ਵਾਲਾ ਕੋਈ ਪਾਰਟੀਕਲ ਲਟਕਾਇਆ ਸੀ। ਆ L ਸੀਗੀ ਇਹਦੀ ਓਰੀਜਨਲ ਲੈਂਥ। ਠੀਕ ਹੈ, ਹੁਣ ਇੱਥੇ ਲੈਮਡਾ ਵੀ ਆ ਗਿਆ। ਲੈਮਡਾ ਕੀ ਹੋ ਗਿਆ? ਮੋਡੂਲਸ ਆਫ ਇਲਾਸਟਿਸਿਟੀ। ਲੈਮਡਾ ਇਜ਼ ਦਾ ਕੋਐਫੀਸ਼ੀਐਂਟ ਆਫ ਇਲਾਸਟਿਸਿਟੀ ਆਫ ਯੰਗਸ ਮੋਡੂਲਸ ਆਫ ਇਲਾਸਟਿਸਿਟੀ। ਹੁਣ ਜਿੱਦਾਂ ਦਾ ਪਾਰਟੀਕਲ ਹੋਊਗਾ, ਐਕਸਟੈਂਸ਼ਨ ਉਤੇ ਡਿਪੈਂਡ ਕਰਦੀ ਹੈ, ਟੈਨਸ਼ਨ ਉਤੇ ਡਿਪੈਂਡ ਕਰਦੀ ਹੈ। ਜੇ ਤੁਸੀਂ ਲੋਹੇ ਦੀ ਰੋਡ ਦੇ ਨਾਲ weight ਲਟਕਾਓਗੇ, ਉਹਦੀ ਤਾਂ ਲੈਂਥ ਵਧਣੀ ਨਹੀਂ, ਉਹਨੇ ਖਿੱਚੇ ਹੀ ਨਹੀਂ ਜਾਣਾ। ਜੇ ਉਹਦੀ ਬਜਾਏ ਤੁਸੀਂ ਰੱਸੀ ਬੰਨ ਲਈ, ਰੱਸੀ ਦੀ ਵੀ ਨਹੀਂ ਲੰਬਾਈ ਵਧਣੀ, ਬਟ ਉਹਦੇ 'ਚ ਟੈਨਸ਼ਨ ਆ ਜਾਊਗੀ। ਟੈਨਸ਼ਨ ਤਾਂ ਰੋਡ ਦੇ ਵਿੱਚ ਵੀ ਆ ਜਾਊਗੀ। ਜੇ ਆਪਾਂ ਉਹਦੀ ਬਜਾਏ, ਉਹ ਬੈਲੂਨ ਜਿਹਾ ਹੁੰਦਾ ਆਪਣੇ ਕੋਲ, ਬੱਚਿਆਂ ਨੂੰ ਦਿੰਦੇ ਹੁੰਦੇ ਸੀ ਕਿ ਬੈਲੂਨ ਦੇ ਨਾਲ ਇੱਕ ਧਾਗਾ ਜਿਹਾ ਬੰਨਿਆ ਹੁੰਦਾ ਸੀ, ਉਹਨੂੰ ਏਦਾਂ ਕਰਕੇ ਬਾਉਂਸ ਕਰੀ ਜਾਂਦੇ ਹੁੰਦੇ ਸੀ, ਉਹ ਆਪਣੇ ਹੈਂਡ ਨਾਲ ਟਕਰਾ ਕੇ ਕਾਫੀ ਦੂਰ ਚਲਾ ਜਾਂਦਾ, ਫਿਰ ਵਾਪਸ ਆ ਜਾਂਦਾ ਸੀ। ਉਹ ਲੈਮਡਾ ਆਫ ਇਲਾਸਟਿਸਿਟੀ ਹੋ ਗਿਆ ਕਿ ਪਾਰਟੀਕਲ ਕਿੱਦਾਂ ਦੇ ਮੈਟਰ ਦਾ ਬਣਿਆ ਹੋਇਆ ਆ, ਉਹਦੇ ਤੇ ਡਿਪੈਂਡ ਕਰਦੀ ਆ ਉਹਦੀ ਐਕਸਟੈਂਸ਼ਨ। ਠੀਕ ਹੈ, L ਹੋ ਗਈ, ਪਹਿਲਾਂ ਤਾਂ ਮੋਡੂਲਸ ਆਫ ਇਲਾਸਟਿਸਿਟੀ ਹੋ ਗਿਆ। ਐਕਸਟੈਂਸ਼ਨ, ਜਿੰਨੀ ਐਕਸਟੈਂਸ਼ਨ ਵੱਧ ਹੋਊਗੀ ਓਨੀ ਹੀ ਟੈਨਸ਼ਨ ਵੱਧ ਹੋਊਗੀ। L ਜਿਹੜਾ ਆ ਇਹ ਡਿਨੋਮੀਨੇਟਰ 'ਚ, ਇਹ ਰਿਵਰਸਲੀ ਕੰਮ ਕਰਦਾ ਆ। ਜਿੰਨਾ ਪਾਰਟੀਕਲ ਛੋਟਾ ਹੋਊਗਾ ਉਨੀ ਉਹਦੀ ਐਕਸਟੈਂਸ਼ਨ ਵੱਧ ਹੋਊਗੀ, ਜਿੰਨਾ ਪਾਰਟੀਕਲ ਵੱਡਾ ਹੋਊਗਾ ਉਨੀ ਉਹਦੇ ਵਿੱਚ ਐਕਸਟੈਂਸ਼ਨ ਘਟ ਜੂਗੀ, ਟੈਨਸ਼ਨ ਘਟ ਜੂਗੀ। ਤੁਸੀਂ 1 ਫੁੱਟ ਦੇ ਇਲਾਸਟਿਕ ਦੇ ਨਾਲ 10 ਕਿਲੋ ਵਜਨ ਪਾ ਦਿਓ, ਬਹੁਤ ਜ਼ਿਆਦਾ ਟਾਈਟ ਜਿਹਾ ਹੋ ਜਾਊਗਾ, ਹੋ ਸਕਦਾ ਟੁੱਟ ਹੀ ਜਾਵੇ।
ਤੁਸੀਂ 100 ਫੁੱਟ ਦੀ ਇਲਾਸਟਿਕ ਦੇ ਨਾਲ 10 ਕਿਲੋ ਦਾ weight ਪਾ ਦਿਓ, ਉਹ ਥੋੜਾ ਬਹੁਤ ਹੀ ਖਿੱਚਿਆ ਜਾਏਗਾ। ਸੋ ਜਿਹੜੀਆਂ ਚੀਜ਼ਾਂ ਡਾਇਰੈਕਟਲੀ ਪ੍ਰਪੋਰਸ਼ਨਲ ਨੇ, ਇਹਦੇ ਨਾਲ ਡਾਇਰੈਕਟਲੀ ਕੰਮ ਕਰ ਰਹੀਆਂ ਨੇ, ਉਹ ਨਿਊਮਰੇਟਰ ਚ ਆਉਣਗੀਆਂ। ਜਿਵੇਂ ਲੈਮਡਾ ਹੋ ਗਿਆ ਮੋਡੂਲਸ ਆਫ ਇਲਾਸਟਿਸਿਟੀ, ਜਿੰਨਾ ਪਾਰਟੀਕਲ ਲਚਕੀਲਾ ਹੋਊਗਾ ਉਨੀ ਟੈਨਸ਼ਨ ਵੱਧ ਹੋਊਗੀ। E ਹੋ ਗਿਆ ਐਕਸਟੈਂਸ਼ਨ, ਜਿੰਨੀ ਐਕਸਟੈਂਸ਼ਨ ਵੱਧ ਹੋਊਗੀ ਉਨੀ ਹੀ ਟੈਨਸ਼ਨ ਜ਼ਿਆਦਾ ਹੋਊਗੀ। ਜੇ ਆਪਾਂ ਥੋੜਾ ਜਿਹਾ ਪਾਰਟੀਕਲ ਵਧਿਆ ਹੋਊਗਾ ਤਾਂ ਉਹਦੀ ਥੋੜੀ ਜਿਹੀ ਟੈਨਸ਼ਨ ਹੋਊਗੀ, ਜਿੰਨਾ ਪਾਰਟੀਕਲ ਜ਼ਿਆਦਾ ਖਿੱਚਿਆ ਆਪਦੇ ਵਿੱਚ ਮਹਿਸੂਸ ਹੋਊਗਾ ਉਨੀ ਹੀ ਜ਼ਿਆਦਾ ਟੈਨਸ਼ਨ ਹੋਏਗੀ। ਲੈਮਡਾ ਹੋ ਗਈ, ਐਲ ਹੋ ਗਈ ਉਹਦੀ ਓਰੀਜਨਲ ਲੈਂਥ, ਜਿੰਨੀ ਲੰਬਾਈ ਵਧੀ ਜਾਊਗੀ ਓਰੀਜਨਲ ਲੈਂਥ ਉਨੀ ਟੈਨਸ਼ਨ ਘਟੀ ਜਾਊਗੀ, ਇਸ ਲਈ ਇਹਨੂੰ ਡਿਨੋਮੀਨੇਟਰ 'ਚ ਲਿਖਿਆ ਗਿਆ। ਇਹ ਹੈਗਾ ਹੁਕਸ ਲਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਣੇ ਬਹੁਤ ਕੰਮ ਆਊਗਾ। ਕਿਸੇ ਨੂੰ ਨਹੀਂ ਸਮਝ ਲੱਗਿਆ ਤਾਂ ਮੈਨੂੰ ਪੁੱਛੋ। ਲੱਗ ਗਿਆ? ਅੱਗੇ ਚੱਲਦੇ ਹਾਂ। ਨਿਊਟਨਸ ਲਾ ਆਫ ਮੋਸ਼ਨ ਆ ਗਏ, ਨਿਊਟਨ ਦੇ 3 ਲਾ ਆ ਗਏ। पहला ला की आ गया न्यूटन का, एवरीबॉडी कंटिन्यूज इन द स्टेट ऑफ रेस्ट और यूनिफॉर्म मोशन इन ए स्ट्रेट लाइन एक्सेप्ट इन सो फार एज इट इज कंपेल्ड बाय द इंप्रेस्ड फोर्सेस टू चेंज दैट स्टेट। न्यूटन का फर्स्ट ला आ कि कोई भी बॉडी आ, कुछ भी पार्टिकल आ, अपनी ओरिजिनल अवस्था दे विच उन्नी देर पिया रहिंदा आ या मोशन दे विच चलदा रहिंदा आ जिन्नी देर तक कोई बाहरी इंप्रेस्ड फोर्स ਉਹਦੀ ਸਟੇਟ ਨੂੰ, ਉਹਦੀ ਅਵਸਥਾ ਨੂੰ ਚੇਂਜ ਨਹੀਂ ਕਰਦੀ। ਆ ਚੇਅਰ ਆ ਕੱਲ ਦੀ ਇੱਥੇ ਪਈ ਆ, ਪਰਸੋਂ ਦੀ ਸੈਟਰਡੇ ਦੀ ਇੱਥੇ ਪਈ ਆ। ਕੱਲ ਸੰਡੇ ਸੀਗਾ? ਨਹੀਂ, ਕੱਲ ਆਪਾਂ ਨੂੰ ਵੈਸੇ ਛੁੱਟੀ ਸੀਗੀ ਜਨਮ ਅਸ਼ਟਮੀ ਦੀ। ਉਹ ਤੋਂ ਪਹਿਲੇ ਦਿਨ ਦੀ ਇੱਥੇ ਪਈ ਆ ਇਸ ਜਗ੍ਹਾ ਤੇ। ਅੱਜ ਆ ਕੇ ਮੈਂ ਇਹਨੂੰ ਚੱਕ ਕੇ ਸਾਈਡ ਤੇ ਕੀਤਾ। ਜੇ ਨਾ ਕਰੀਏ ਇਹ 6 ਮਹੀਨੇ ਇੱਥੇ ਪਈ ਰਹੂ, ਜੇ ਕੋਈ ਨਾ ਹਿਲਾਵੇ ਇਹਨੂੰ, ਟਿਕਿਆ ਹੋਵੇ। ਪੇਪਰਾਂ ਪੂਪਰਾਂ ਵੇਲੇ ਆ ਕੇ ਰੂਮ ਰਾਮ ਦੇਖਣਗੇ, ਹੋ ਸਕਦਾ ਉਦੋਂ ਕੋਈ ਚੇਂਜ ਕਰ ਦੇਵੇ। ਠੀਕ ਹੈ, ਇਹ ਲੈਕਚਰ ਸਟੈਂਡ ਨੂੰ ਅੱਜ ਹਿਲਾਇਆ ਆਪਾਂ ਨੇ, ਅਦਰਵਾਈਜ਼ ਇਹ ਐਵੇਂ ਹੀ ਰਹਿੰਦਾ। ਜੇ ਕੋਈ ਚੀਜ਼ ਚੱਲ ਰਹੀ ਆ, ਪੱਖਾ ਆ, ਇਹ ਚੱਲਦਾ ਰਹੂਗਾ ਜਿੰਨੀ ਦੇਰ ਤੱਕ ਤੁਸੀਂ ਸੁੱਚ ਬੰਦ ਨਹੀਂ ਕਰਦੇ ਜਾਂ ਲਾਈਟ ਨਹੀਂ ਜਾਂਦੀ। ਇਹ ਬਾਹਰੀ ਫੋਰਸ ਹੋ ਗਈ, ਇੰਪਰੈਸਡ ਫੋਰਸ, ਜਿਹੜੀ ਉਹਦੀ ਚਾਲੂ ਹਾਲਤ ਨੂੰ ਚੇਂਜ ਕਰਦੀ ਹੈ। ਜੇ ਬੰਦ ਸੀ ਤਾਂ ਬੰਦ ਹੀ ਰਹੂਗਾ। ਇਹ ਨਿਊਟਨ ਦਾ ਫਸਟ ਲਾ ਆ ਕਿ ਕੋਈ ਵੀ ਪਾਰਟੀਕਲ ਰੈਸਟ ਦੀ ਅਵਸਥਾ ਦੇ ਵਿੱਚ ਆ ਤਾਂ ਰੈਸਟ 'ਚ ਹੀ ਰਹੂਗਾ, ਜੇ ਚੱਲ ਰਿਹਾ ਤਾਂ ਚੱਲਦਾ ਹੀ ਰਹੂਗਾ ਜਿੰਨੀ ਦੇਰ ਤੱਕ ਕੋਈ ਇੰਪਰੈਸਡ ਫੋਰਸ ਉਹ 'ਤੇ ਕੰਮ ਨਹੀਂ ਕਰਦੀ। ਕਾਰ ਹੈ, ਤੁਸੀਂ ਚਲਾ ਰਹੇ ਹੋ, ਚੱਲਦੀ ਰਹੂਗੀ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਤੁਸੀਂ ਬ੍ਰੇਕ ਨਹੀਂ ਮਾਰਦੇ ਜਾਂ ਗੇਅਰ ਚੇਂਜ ਕਰਕੇ ਉਹਨੂੰ ਨਿਊਟਰਲ ਨਹੀਂ ਕਰਦੇ ਜਾਂ ਰੋਕਦੇ ਨਹੀਂ ਹੈਗੇ। ठीक है, ये न्यूटन का फर्स्ट ला आ। न्यूटन का सैकेंड ला की है? पहला तो फर्स्ट ला बारे आ गया कुछ। फर्स्ट ला बारे कुछ नोट्स देते। ए फोर्स ऑन ए पार्टिकल ऑफ ए गिवन सिस्टम इज एन इंटरनल फोर्स। जिहड़ी फोर्स पार्टिकल के उत्ते लग रही है वो ओहदी इंटरनल फोर्स आ। वैन इट इज एग्जर्टेड बाय अनदर पार्टिकल ऑफ दैट सिस्टम, अदरवाइज इट इज एन एक्सटर्नल फोर्स। कि जदों कोई बाहरी पार्टिकल द्वारा ਉਹਦੇ ਤੇ फोर्स लगती है वो की होगी? एक्सटर्नल फोर्स। ਜਿਹੜੀ ताकत इंजन की कार ਨੂੰ ਚਲਾਉਣ ਦੇ ਵਿੱਚ ਲੱਗ ਰਹੀ ਹੈ ਉਹ ਉਹਦੀ इंटरनल फोर्स होगी। ਜੇ ब्रेक मार के रोकोगे या बाहरों किसी ने हैंड ਨਾਲ पकड़ के रोकता, किसी चीज़ ने रोकता ਉਹਨੂੰ, ਤਾਂ ਉਹ होगी ਉਹਦੀ एक्सटर्नल फोर्स। The first law states that the internal forces of the body do not alter uniform motion in a straight line and that is the cause of state change in motion must be external। कि न्यूटन के फर्स्ट ला दे विच दस्सिया गया आ कि जिहड़ियां फोर्सिस पार्टिकल नूं अंदरूनी तौर ते काम करदियां ने, ओहदा मोशन नहीं बदलदियां, वो तो उहनूं चालू हालत दे विच रखण ते काम आउंदियां ने या उहनूं टिका के रखण दे विच काम आउंदियां ने। वो मॉडर्न पिया उत्थे ही टिकिया पिया, कोई भी उहदी अंदरूनी फोर्स उहनूं उठा के नहीं सिੱਟਦੀ हेठां। आपां जाके उहनूं चक के साइड सूट ते करांगे तां इह होਊगी एक्सटर्नल फोर्स। थर्ड बारे की आ गया? प्रिंसिपल ऑफ इनर्शिया। ए बॉडी हैज नो टेंडेंसी of itself to change its state to rest or motion, and if it be kept free from the action of external forces it will remain in its state of rest or uniform motion in a straight line। ਇਹ ਵੀ ਇਹਦੇ ਵਿੱਚ ਵੀ ਇਹੀ ਕਿਹਾ ਗਿਆ। ਠੀਕ ਹੈ, ਇਹ body has no tendency of itself to change, ਕਿ body ਦੇ ਕੋਲੇ ਕੋਈ ਟੈਂਡੈਂਸੀ ਨਹੀਂ ਹੈਗੀ ਆਪਣੀ ਅਵਸਥਾ ਨੂੰ ਚੇਂਜ ਕਰਨ ਦੀ। ਇਹ ਤਾਂ ਬਾਹਰੀ ਫੋਰਸ ਨੇ ਜਿਹੜੀਆਂ ਉਹਦੇ ਤੇ ਕੰਮ ਕਰਦੀਆਂ ਨੇ। ਤੁਸੀਂ ਸਵੇਰੇ ਸਵੇਰੇ ਉੱਠ ਕੇ ਬਰਸ਼ ਕਰਦੇ ਹੋ, ਟੁੱਥਪੇਸਟ ਆਪਣੇ ਆਪ ਨਹੀਂ ਬਾਹਰ ਆਉਂਦੀ, ਉਹਦੀ ਟਿਊਬ, ਟੁੱਥਪੇਸਟ ਦੀ ਟਿਊਬ ਨੂੰ ਜੇ ਤੁਸੀਂ ਪ੍ਰੈਸ ਕਰਦੇ ਹੋ ਤਾਂ ਪੇਸਟ ਬਾਹਰ ਆਉਂਦੀ ਹੈ। ਇਹ ਆਪਾਂ ਬਾਹਰਲੀ ਫੋਰਸ ਲਗਾਈ ਜਾਂਦੇ ਆ। ਜੇ ਤੁਸੀਂ ਨਹੀਂ ਬਰਸ਼ ਕਰਨਾ ਜਾਂ ਕਿਸੇ ਹੋਰ ਪੇਸਟ ਨਾਲ ਬਰਸ਼ ਕਰਨਾ ਤਾਂ ਉਹ ਪੇਸਟ ਆਪਣੀ ਅਵਸਥਾ ਦੇ ਵਿੱਚ ਕਾਇਮ ਰਹੂਗੀ, ਆਪਣੇ ਆਪ ਉਹਦੇ ਕੋਲੇ ਕੋਈ ਟੈਂਡੈਂਸੀ ਨਹੀਂ ਹੈਗੀ ਵੀ ਪੇਸਟ ਬਾਹਰ ਕੱਢ ਦੇਵੇ। ਨਿਊਟਨ ਦਾ ਸੈਕੰਡ ਲਾ ਆ ਗਿਆ। The rate of change of momentum is proportional to the impressed force and takes place in the direction of straight line in which the force is active।
ਜਿਵੇਂ ਹੁਣ ਕੋਈ ਮੇਖ ਹੈ, ਕਿੱਲ ਮੇਖ ਤਾਂ ਸਮਝਦੇ ਹੋ ਨਾ, ਉਹਨੂੰ ਦੀਵਾਰ ਦੇ ਵਿੱਚ ਲਗਾ ਕੇ ਆਪਾਂ ਬਾਹਰੋਂ ਹੈਮਰ ਨਾਲ ਧਕੇਲਦੇ ਅੰਦਰ ਨੂੰ, ਹੈਨਾ। ਹੁਣ ਇਹ ਰੇਟ ਆਫ ਚੇਂਜ ਆਫ ਮੋਮੈਂਟਮ ਹੋ ਗਿਆ। ਇਹ ਦੋ ਗੱਲਾਂ ਤੇ ਡਾਇਰੈਕਟਲੀ ਨਿਰਭਰ ਕਰਦਾ, ਇੱਕ ਤਾਂ ਮਾਸ ਤੇ, ਕਿੱਦਾਂ ਦੀ ਹਥੌੜੀ ਆ ਤੁਹਾਡੀ। ਜੇ ਬਿਲਕੁਲ ਛੋਟੀ ਜਿਹੀ ਹਥੌੜੀ ਉਹਨੂੰ ਟਕ 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 ਕਰੀ ਜਾਓਗੇ, ਉਹ ਦੀਵਾਰ 'ਚ ਨਹੀਂ ਜਾਊਗੀ। ਤੁਸੀਂ ਵੱਡੇ ਪਾਰਟੀਕਲ ਦਾ, ਵੱਡੇ ਮਾਸ ਵਾਲਾ, ਐਮ ਮਾਸ ਵਾਲਾ, ਵੱਧ ਪਾਰਟੀਕਲ ਭਾਰੀ ਹਥੌੜੇ ਨਾਲ ਉਹਨੂੰ ਐਂਟਰ ਕਰਾਓਗੇ, ਉਹ ਜਲਦੀ ਹੋ ਜਾਊਗੀ। ਦੂਜੀ ਗੱਲ ਵੈਲੋਸਿਟੀ, ਤੁਸੀਂ ਕਿੰਨੀ ਕੁ ਸਪੀਡ ਨਾਲ ਲਿਆ ਕੇ ਮਾਰਦੇ ਹੋ। ਮੰਨ ਲਓ ਤੁਸੀਂ ਵੱਡਾ ਹਥੌੜਾ ਤੇ ਚੱਕ ਲਿਆ, ਉਹਨੂੰ ਜਸਟ ਉਹਦੇ 2 ਮਿੰਟ ਰਹੇ, ਬਸ 2 ਮਿੰਟ। BSc ਫਸਟ ਈਅਰ ਹੈ ਨਾ, ਬਸ 2 ਮਿੰਟ ਮੈਂ ਕਲਾਸ ਕੰਪਲੀਟ ਕਰਨਾ। ਦੂਜੀ ਗੱਲ ਹੋ ਗਈ ਵੈਲੋਸਿਟੀ, ਤੁਸੀਂ ਲਿਆ ਕੇ ਉਹਦੇ ਕੋਲ ਹੀ ਬਸ ਟਨ 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 ਕਰੀ ਜਾ ਰਹੇ ਹੋ, ਭਾਵੇਂ ਹਥੌੜੀ ਤੁਹਾਡੀ ਪਹਿਲਾਂ ਨਾਲੋਂ ਭਾਰੀ ਹੋਗੀ ਪਰ ਉਹ ਮੇਖ ਨਹੀਂ ਜਾਏਗੀ, ਤੁਸੀਂ ਪਿੱਛੇ ਤੋਂ ਲਿਆ ਕੇ ਹਿੱਟ ਕਰੋਗੇ। ਇਹ ਵੈਲੋਸਿਟੀ ਹੋ ਗਈ। ਰੇਟ ਆਫ ਚੇਂਜ ਆਫ ਮੋਮੈਂਟਮ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਮਾਸ ਐਂਡ ਦਾ ਵੈਲੋਸਿਟੀ। ਨਿਊਟਨ ਦਾ ਸੈਕਿੰਡ ਲਾ ਹੈ। ਉਸ ਤੋਂ ਬਾਅਦ ਨਿਊਟਨ ਦਾ ਥਰਡ ਲਾ ਕੀ ਆ, ਐਵਰੀ ਐਕਸ਼ਨ ਦੇਅਰ ਕੋਰਸਪੋਂਡ ਟੂ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਇਹ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ, ਠੀਕ ਹੈ, ਕਿ ਕੋਈ ਪਾਰਟੀਕਲ ਆ, ਜੇ ਉਹ ਵਜਨ ਪਾ ਰਿਹਾ ਤਾਂ ਉੱਪਰ ਨੂੰ ਜਾ ਰਿਹਾ। ਜਿਵੇਂ ਹੁਣ ਆਹ ਗੱਲ ਕਰੀਏ ਆਪਾਂ, ਇਹ ਵਾਲ ਹੈ, ਸੌਰੀ ਇਹ ਗਰਾਊਂਡ ਹੈ, ਇਹ ਵਾਲ ਹੋ ਗਈ, ਆਹ ਹੋ ਗਈ ਲੈਡਰ। ਇਹ ਮੈਂ ਇੱਕ ਦਿਨ ਪਹਿਲਾਂ ਵੀ ਡਰਾਅ ਕਰਕੇ ਦਿਖਾਈ ਸੀਗੀ। ਇਹ ਕੀ ਹੋ ਗਈ, ਲੈਡਰ। ਹੁਣ ਲੈਡਰ ਹੇਠਾਂ ਵੱਲੋਂ ਧਕੇਲ ਰਹੀ ਹੈ ਇਹਨੂੰ, ਮਾਸ ਇਨਟੂ ਗ੍ਰੈਵਿਟੀ, ਤਾਂ ਇਹਦਾ ਨਾਰਮਲ ਰਿਐਕਸ਼ਨ R ਹੋ ਗਿਆ। ਨਾਰਮਲ ਰਿਐਕਸ਼ਨ ਬਾਈ ਗਰਾਊਂਡ। ਇਧਰੋਂ ਇਹ ਇਧਰ ਨੂੰ ਧਕੇਲ ਰਹੀ ਹੈ, ਤਾਂ ਇਹਦਾ ਇਧਰ ਨੂੰ ਨਾਰਮਲ ਰਿਐਕਸ਼ਨ S ਹੋ ਗਿਆ। ਇਹ ਵਾਲ ਦੁਆਰਾ ਨਾਰਮਲ ਰਿਐਕਸ਼ਨ ਹੋ ਗਿਆ। ਐਵਰੀ ਐਕਸ਼ਨ ਹੈਜ਼ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਇੰਨਾ ਕੰਮ ਕੰਪਲੀਟ ਕਰੋ। ਕੱਲ ਆਪਾਂ ਅੱਗੇ ਸਟਾਰਟ ਕਰਾਂਗੇ ਪ੍ਰਿੰਸੀਪਲ ਆਫ ਟਰਾਂਸਮਿਸਿਬਿਲਿਟੀ ਆਫ ਫੋਰਸਸ। ਕਰ ਦੋ ਕਲੋਜ਼ ਵੀ।